TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਸਭ ਤੋਂ ਪਹਿਲਾਂ ਸੰਖੇਪ ਦੇ ਵਿੱਚ ਉਹ ਕੁਝ ਖਬਰਾਂ ਸਾਂਝੀਆਂ ਕਰੀਏ ਜਿਨ੍ਹਾਂ ਦੇ ਉੱਤੇ ਵਿਸਥਾਰ ਨਾਲ ਮੈਂ ਗੱਲਬਾਤ ਕਰਾਂਗਾ। ਬਰਤਾਨੀਆ ਦੀ ਸੰਸਦ ਵਿੱਚ ਭਾਰਤ ਦੇ ਖੇਤੀ ਕਾਨੂੰਨਾਂ ਦੀ ਪਈ ਗੂੰਜ, ਭਾਰਤ ਨੇ ਇਤਰਾਜ਼ ਪ੍ਰਗਟਾਇਆ। ਸੰਗਰੂਰ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿੱਚ ਹੋਈ ਮੌਤ। ਜੰਮੂ ਕਸ਼ਮੀਰ ਵਿੱਚ ਧਾਰਾ 170 ਮਨਸੂਖ ਕਰਨ ਤੋਂ ਬਾਅਦ 173 ਲੋਕ ਹਾਲੇ ਵੀ ਹਿਰਾਸਤ ਵਿੱਚ। ਬਗੈਰ ਵਾਰੰਟ ਦੇ ਖਹਿਰੇ ਦੇ ਚਾਚਾ ਦੇ ਘਰ ਤੇ ਵੀ ਪਿਆ ਈਡੀ ਦਾ ਛਾਪਾ। ਸਿਰਫ ਪੰਜਾਬ ਨੂੰ ਅਦਾਇਗੀ ਦੇ ਪਾਰਦਰਸ਼ੀ ਢੰਗ ਤਰੀਕੇ ਤੇ ਉਜ਼ਰ, ਪਿਊਸ਼ ਗੋਇਲ ਦਾ ਕਹਿਣਾ। ਹਰਿਆਣਾ ਸਰਕਾਰ ਲਈ ਅੱਜ ਪ੍ਰੀਖਿਆ ਦੀ ਘੜੀ ਅਤੇ ਧਰਨੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਇੱਕ ਹੋਰ ਕਿਸਾਨ ਦੀ ਗਈ ਜਾਨ। ਦੋਸਤੋ, ਇਹ ਕੁਝ ਖਬਰਾਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਅੱਜ ਦੇ ਇਸ ਪ੍ਰੋਗਰਾਮ ਦੌਰਾਨ ਵਿਸਥਾਰ ਸਹਿਤ ਗੱਲਬਾਤ ਕੀਤੀ ਜਾਏਗੀ। ਇਸ ਤੋਂ ਪਹਿਲਾਂ ਕਿ ਇਕੱਲੀ ਖਬਰ ਦੀ ਸਾਰ ਲਈਏ, ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ, ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਆਓ ਫਿਰ ਹੁਣ ਇਕੱਲੀ ਖਬਰ ਵੱਲ ਵਧਦੇ ਜਾਈਏ। ਬੀਤੇ ਕਈ ਦਿਨ ਤੋਂ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਰਹੇ ਸੀ ਕਿ ਇੰਗਲੈਂਡ ਦੀ ਸੰਸਦ ਦੇ ਵਿੱਚ ਸੋਮਵਾਰ ਦਾ ਦਿਨ ਮੁਕਰਰ ਕੀਤਾ ਹੋਇਆ, 90 ਮਿੰਟ ਵਾਸਤੇ ਸਮਾਂ ਵੀ ਨਿਰਧਾਰਤ ਕੀਤਾ ਹੋਇਆ ਸੀ ਕਿ ਭਾਰਤ ਦੇ ਖੇਤੀ ਕਾਨੂੰਨਾਂ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਲੈ ਕੇ ਗੱਲਬਾਤ ਹੋਏਗੀ। ਅਸਲ ਦੇ ਵਿੱਚ ਬਰਤਾਨੀਆ ਦੀ ਸੰਸਦ ਦੇ ਵਿੱਚ ਜੇਕਰ ਇੱਕ ਉਹਨਾਂ ਦਾ ਪ੍ਰੋਟੋਕੋਲ ਹੈ ਕਿ ਜੇਕਰ ਇੰਨੇ ਲੋਕ ਕਿਸੇ ਪਟੀਸ਼ਨ ਤੇ ਦਸਤਖਤ ਕਰਕੇ ਭੇਜਦੇ ਆ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਨੂੰ ਉਹਦੇ ਉੱਤੇ ਗੱਲਬਾਤ ਕਰਨੀ ਪੈਂਦੀ ਹੈ। 1 ਲੱਖ ਤੋਂ ਵੱਧ ਲੋਕਾਂ ਨੇ ਇੱਕ ਪਟੀਸ਼ਨ ਤੇ ਸਾਈਨ ਕੀਤੇ ਸੀ ਕਿ ਇਸ ਮਾਮਲੇ ਦੇ ਉੱਤੇ ਗੱਲਬਾਤ ਕੀਤੀ ਜਾਵੇ, ਫਿਰ ਇਹ ਗੱਲਬਾਤ ਹੋਈ ਹੈ। ਹੁਣ ਇੰਗਲੈਂਡ ਦੀ ਸੰਸਦ ਦੇ ਵਿੱਚ ਕਿਸਾਨ ਅੰਦੋਲਨ ਨੂੰ ਉੱਥੋਂ ਦੇ ਮੈਂਬਰਾਂ ਨੇ ਬੜੀ ਗੰਭੀਰਤਾ ਨਾਲ ਵਿਚਾਰਿਆ। ਹਾਲਾਂਕਿ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਕਿ ਇਹ ਮਾਮਲਾ ਭਾਰਤ ਦਾ ਅੰਦਰੂਨੀ ਹੈ, ਪਰ ਕਹਿੰਦੇ ਨਾਲ ਇਹ ਮਨੁੱਖੀ ਅਧਿਕਾਰਾਂ ਨਾਲ ਵੀ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਜਲੰਧਰ ਨਾਲ ਸੰਬੰਧਿਤ ਨੇ ਤਨਮਨਜੀਤ ਸਿੰਘ ਢੇਸੀ, ਇਸੇ ਤਰ੍ਹਾਂ ਵਰਿੰਦਰ ਸ਼ਰਮਾ ਤੇ ਪ੍ਰੀਤ ਕੌਰ ਗਿੱਲ ਦੇ ਨਾਲ ਖਾਲਦ ਮਹਿਮੂਦ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਉਠਾਇਆ। ਹਲਕਾ ਸਲੋਹ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਕਿਹਾ ਕਿ ਹਰ ਕਿਸੇ ਨੂੰ ਪ੍ਰਦਰਸ਼ਨ ਕਰਨ ਦਾ ਹੱਕ ਹੈ, ਜਮਹੂਰੀ ਹੱਕ ਹੈ। ਸੈਂਕੜੇ ਨਹੀਂ ਹਜ਼ਾਰਾਂ ਕਿਸਾਨ ਅੰਦੋਲਨ ਕਰਦੇ ਹੋਏ ਇਸ ਵਕਤ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਲੱਖਾਂ ਦੀ ਤਾਦਾਦ ਦੇ ਵਿੱਚ ਉੱਥੇ ਜੁੜ ਰਹੇ ਨੇ ਤੇ ਇਹਨਾਂ ਦੇ ਵਿੱਚੋਂ ਸੈਂਕੜੇ ਕਿਸਾਨ ਉਹ ਨੇ ਜਿਹੜੀਆਂ ਆਪਣੀਆਂ ਕੁਰਬਾਨੀਆਂ ਦੇ ਚੁੱਕੇ ਨੇ, ਭਾਵ ਜਾਨ ਗਵਾ ਚੁੱਕੇ ਹੈ। ਦਿੱਲੀ ਦੀਆਂ ਸਰਹੱਦਾਂ ਤੇ ਬੱਚੇ ਵੀ ਬੈਠੇ ਆ, ਔਰਤਾਂ ਵੀ ਬੈਠੀਆਂ ਨੇ, ਬਜ਼ੁਰਗ ਵੀ ਬੈਠੇ ਨੇ ਤੇ ਨੌਜਵਾਨ ਵੀ ਇਸ ਪ੍ਰਦਰਸ਼ਨ ਦਾ ਹਿੱਸਾ ਬਣੇ ਹੋਏ ਨੇ। ਕਈ ਪੱਤਰਕਾਰਾਂ ਨੂੰ ਵੀ ਉਹ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਹੈ। ਸਮਾਜਿਕ ਕਾਰਕੁਨਾਂ ਤੇ ਵੀ ਤਸ਼ੱਦਦ ਢਾਏ ਗਏ ਹੈ। ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ ਜਾਂਦੇ ਰਹੇ ਹੈ। ਇਸ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਿੱਖ ਵੀ ਸ਼ਾਮਲ ਨੇ, ਇਸ ਲਈ ਉਹਨਾਂ ਨੂੰ ਵੱਖਵਾਦੀ ਵਜੋਂ ਪੇਸ਼ ਕੀਤਾ ਗਿਆ ਹੈ। ਬਰਤਾਨਵੀ ਸੰਸਦ ਦੀ ਇਹ ਗੱਲ ਖਾਸ ਸੀ ਕਿ ਅਸੀਂ ਦੇਸ਼ ਹੀ ਇੱਕੋ ਹੀ ਇੱਕ ਦੇਸ਼ ਸੀ ਜਿੱਥੇ ਇਸ ਦੁਨੀਆ ਦੇ ਮੁੱਦਿਆਂ ਬਾਰੇ ਚਰਚਾ ਕਰਦਾ ਹੈ। ਇਹ ਗੱਲ ਇੱਥੇ ਬੜੀ ਅਹਿਮ ਹੈ ਦੱਸਣ ਵਾਲੀ ਕਿ ਦੁਨੀਆ ਦੀ ਭਾਰਤ ਤੋਂ ਬਾਹਰ ਇੱਕੋ ਇੱਕ ਸੰਸਦ ਹੈ ਜਿੱਥੇ ਇਹਨਾਂ ਕਾਨੂੰਨਾਂ ਦੇ ਬਾਬਤ ਚਰਚਾ ਹੋਈ ਹੈ। ਹਾਲਾਂਕਿ ਭਾਰਤ ਸਰਕਾਰ ਕਹਿੰਦੀ ਹੈ ਕਿ ਲੰਬੀ ਚੌੜੀ ਗੱਲਬਾਤ ਤੋਂ ਬਾਅਦ ਇਹ ਕਾਨੂੰਨ ਬਣਾਏ ਗਏ ਨੇ, ਪਰ ਰਿਕਾਰਡ ਬੋਲਦਾ ਹੈ ਕਿ ਕਿੰਨੀ ਦੇਰੀ ਤੇ ਕਿੰਨੇ ਸਮੇਂ ਦੇ ਵਿੱਚ ਇਹ ਕਾਨੂੰਨ ਬਣੇ, ਕਿਹੜੇ ਤਰੀਕੇ ਨਾਲ ਦੋਵੇਂ ਸਦਨਾਂ ਦੇ ਵਿੱਚ ਪਾਸ ਕਰ ਦਿੱਤੇ ਗਏ। ਤੇ ਹੁਣ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨਾ ਇਹਨਾਂ ਸਾਰੇ ਸੰਸਥਾ ਨੇ ਕਿਹਾ ਕਿ ਸਾਡਾ ਫਰਜ਼ ਹੈ, ਪਰ ਕੁਝ ਸੰਸਦ ਮੈਂਬਰਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਹਿੰਸਾ ਦੀ ਵਕਾਲਤ ਸਾਡੇ ਵਿੱਚੋਂ ਨਹੀਂ ਕਰਦਾ, ਪਰ ਇਸ ਮਸਲੇ ਦਾ ਹੱਲ ਜਲਦ ਗੱਲ ਦੇ ਨਾਲ ਨਿਕਲ ਜਾਣਾ ਚਾਹੀਦਾ ਹੈ। ਖੇਤੀ ਕਾਨੂੰਨ ਠੀਕ ਨੇ ਜਾਂ ਗਲਤ ਨੇ, ਇਹ ਕਹਿੰਦੇ ਮਾਮਲਾ ਇੱਕ ਵੱਖਰਾ ਹੈ, ਪਰ ਮਨੁੱਖੀ ਹੱਕਾਂ ਲਈ ਉਹ ਕਿਸਾਨਾਂ ਦੇ ਨਾਲ ਨੇ। ਉਹਨਾਂ ਕਿਹਾ ਕਿ ਭਾਰਤ ਵਿੱਚ ਨੌਦੀਪ ਕੌਰ ਅਤੇ ਦਿਸ਼ਾ ਰਵੀ ਵਰਗੇ ਕਾਰਕੁਨਾਂ ਦੀ ਗ੍ਰਿਫਤਾਰੀ, ਪੱਤਰਕਾਰਾਂ ਦੇ ਖਿਲਾਫ ਸਖਤ ਕਾਰਵਾਈ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਖਤਰੇ ਵਿੱਚ ਹੋਣ ਦੇ ਸੰਕੇਤ ਨੇ। ਇਹ ਇੰਜ ਲੱਗਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ। ਇਸ ਲਈ ਬਰਤਾਨੀਆ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ ਅਤੇ ਮਸਲੇ ਦੇ ਹੱਲ ਲਈ ਭਾਰਤ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ। ਬਰਤਾਨਵੀ ਸੰਸਦ ਮੈਂਬਰ ਖਾਲਦ ਮਹਿਮੂਦ ਨੇ ਕਿਹਾ
कि यह काफ़ी अहम ਅਤੇ गंभीर मसला है। ਇਹ किसानां ਦੀ रोजी रोटी का मुद्दा भी है। ਵੱਡੀ ਗਿਣਤੀ ਵਿੱਚ किसान ਕਰਜ਼ੇ ਦੇ ਹੇਠਾਂ ਨੇ ਤੇ ਆਤਮ ਹੱਤਿਆਵਾਂ ਕਰ ਰਹੇ ਨੇ। इस शांतमई अंदोलन ਵਿੱਚ औरतां ਬੱਚੇ ਬਜ਼ੁਰਗ शामिल ਹੋਏ बैठे है। कई बाहरी शरारती तत्त उन्होंने भड़काउण ਦੀਆਂ कोशिशां भी करते हैं। हुण जदों ये गलबात हुई है 90 मिनट की चर्चा के वास्ते ये समा निर्धारित सी ते फिर भारती हाई कमीशन ने सख्त रुख अपनाया है। भारती हाई कमीशन ने किसान अंदोलन नाल जुड़े इस मुद्दे ते बरतानिया दे विच चलाई गई ई पटीशन मुहिम के जवाब दे विच आखिया कि यूके की संसद दे विच संसद मैंबरां विचाले हुई चर्चा एक पासड़ है। उन्होंने कहा कि सानू इस गल ते अफसोस है कि संतुलित बहस की बजाय झूठे दावे किए गए, बिना पुष्टि वाले तत्थां नूं आधार बना के दुनिया के सब तो वड्डे लोकतंत्र नूं ढाह लगाई गई है। एक बार फिर चिंता की गल है कि बरतानवी भारतीयों नूं गुमराह करने लई टिप्पणियां कर रहे हैं। भारत विच घट गिणतियां नाल वतीरे बारे शक पैदा किया जा रहा है। कश्मीर विच मनुखी अधिकारां की उलंघना बारे इल्जाम लगाया गया। बरतानिया सने विदेशी मीडिया भारत विच मौजूद है ਅਤੇ ਭਾਰਤ ਵਿੱਚ मीडिया की स्वतंत्रता ਨੂੰ खतरे का कहने कोई सवाल ही पैदा नहीं होंदा। ये टिप्पणियां भारत के ਜਿਹੜੇ ਉੱਥੇ ਸਫੀਰ ਨੇ ਉਹਨਾਂ ਨੇ ਕੀਤੀਆਂ ਨੇ। ਹੁਣ ਜਦੋਂ ਭਾਰਤ ਦੇ ਵਿੱਚ ਇਹ ਕੁਝ ਹੋ ਰਿਹਾ ਹੈ, ਇਹਦੀ ਗੂੰਜ यूके ਵਿੱਚ ਪਈ ਹੈ ਤੇ ਜਦੋਂ ਇਹਦਾ ਇਤਰਾਜ਼ ਭਾਰਤ ਨੇ ਪ੍ਰਗਟਾਇਆ ਤੇ ਫਿਰ ਭਾਰਤ ਦੇ ਵਿੱਚ ਵੀ ਬਰਤਾਨੀਆ ਦੇ ਸਫੀਰ ਬੈਠੇ ਹੈ। ਖਬਰ ਮਿਲ ਰਹੀ ਹੈ कि इस बरतानवी संसद ਦੇ ਵਿੱਚ खेती कानूनों बारे हुई चर्चा तो बाद भारत ने भी बरतानवी हाई कमिश्नर ਨੂੰ तलब करके सख्त विरोध प्रगटाया। भारत ने चर्चा ਨੂੰ बेलोड़ी ਤੇ पक्षपाती करार दिता है। विदेश ਸਕੱਤਰ हर्षवर्धन श्रिंगला ने बरतानवी राजदूत ਨੂੰ ਕਿਹਾ कि ਉਹਨਾਂ ਦੀ संसद ਵਿੱਚ भारती कानूनों ਤੇ हुई चर्चा किसी दूसरे लोकतंत्रिक मुल्क की सियासत ਵਿੱਚ गंभीर दखल अंदाजी है। विदेश मंत्रालय ने बयान ਵਿੱਚ ਕਿਹਾ है राजदूत ਨੂੰ ਸੁਝਾਅ ਦਿੱਤਾ है कि बरतानवी संसद मैंबर वोट बैंक की सियासत खातर घटनावां ਨੂੰ ਤੋੜ ਮਰੋੜ के पेश ਕਰਨ ਤੋਂ ਬਚਣ। ਹੁਣ ਜਿਹੜਾ हाई कमिश्नर इंडिया का इंग्लैंड ਵਿੱਚ है ਉਹਨੇ भी सख्त इतराज़ प्रगटाया है ਤੇ ਜਿਹੜਾ बरतानिया का भारत ਵਿੱਚ है ਉਹਨੂੰ तलब किया गया है। अगली ਜਿਹੜੀ खबर है ਉਹ न्यूजीलैंड वाले पासों मिली है। ਤੁਹਾਨੂੰ पता है कि साडे बच्चे बहुत सारे पंजाबी बहुत सारे भारती आपो अपने तरीके नाल अपना भविख रचनाउण जांदा है। कोई कामकार की तलाश विच जांदा है, कोई पढ़न वास्ते जांदा है ते कोई किसी होर आरे इलाके किसी बाहरले मुल्क विच जांदा है। खबर मिल रही है कि संगरूर के रहने वाले कुनाल खेड़ा की न्यूजीलैंड विच दर्दनाक एक हादसा वापरिया ते उत्थे मौत हो गई है। कुनाल भी होरना चोबरां दे वांग होरना मुंडियां दे वांग बहुत सुपने लेके गया होना न्यूजीलैंड। हाले जिंदगी दे विच कुनाल ने बड़ा कुछ करना सी पर शायद होनी नूं कुछ होर मंजूर सी। कुनाल अपने परिवार का इकलौता लड़का सी। करोना वायरस इस परिवार ते इन्ना भारी पिया है कि फ्लाइटां बंद होने करके परिवार अपने इकलौते पुत्र का आखिरी बार मूँह भी तक नहीं सकिया। इत्थे दसना बनता है कि बीती 6 तरीक नूं 6 मार्च नूं न्यूजीलैंड के पूर्वी ऑकलैंड विचले उपनगर फ्लैट बुश इलाके विच बैरी कर्टिस के कार पार्किंग के अंदर पुलिस नूं एक सड़ी हुई सिल्वर मैजदा कार मिली तो उस कार दे विच नौजवान की लाश बुरी तरह सड़ चुकी सी। उसकी शनाख्त पुलिस वालों पंजाब के संगरूर तो एक 26 साला नौजवान कुनाल खेड़ा के रूप में कर दी गई है जो कि मिनकाऊ दे विच रहिंदा सी अते न्यूजीलैंड अपनी पढ़ाई करने वास्ते गया होया सी। बेशक बीते सोमवार भाव 8 मार्च नूं उन्हां दी मृतक देह दा पास पोस्टमार्टम कर दिता गया पर पुलिस वालों हाले भी जांच पड़ताल की जा रही है कि आखिरकार ये दुर्घटना वापरी किवें दी असल वजह की सी। इन्नी भयानक दुर्घटना वापरन के पिछे असल मकसद किते कोई होर तां नहीं। पुलिस वालों यह भी दस्सिया गया कि भारत के संगरूर विच रहिंदे मृतक नौजवान के बाकी परिवारक मैंबरां नाल संपर्क किया जा चुका है। मिनकाऊ तो सीनियर डिटेक्टिव सर्जन नटाली नैल्सन ने इस घटना ते हमदर्दी भी प्रगटाई है ਅਤੇ कहा कि असी परिवार के दुख दे विच शामिल हाँ। घटना की जांच है तो पूरी हमदर्दी है ਅਤੇ ਸਥਾਨਕ ਲੋਕਾਂ ने भी हैरानी प्रगट की है। उन्होंने कहा बड़े दुख की गल है
ਜਨਤਕ ਸਥਾਨ ਦੇ ਉੱਤੇ ਜਿੱਥੇ ਲੋਕਾਂ ਦਾ ਆਉਣ ਜਾਣ ਲੱਗਿਆ ਰਹਿੰਦਾ ਹੋਵੇ, ਉੱਥੇ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਹੋਵੇ ਤੇ ਕਿਸੇ ਨੂੰ ਪਤਾ ਤੱਕ ਨਾ ਲੱਗਿਆ ਹੋਵੇ। ਇਸੇ ਕਰਕੇ ਸ਼ੱਕ ਕੀਤਾ ਜਾ ਰਿਹਾ ਰਹੱਸਮਈ ਮੌਤ ਹੈ ਕਿ ਕਾਰ ਨੂੰ ਅੱਗ ਕਿਵੇਂ ਲੱਗੀ। ਜੇ ਕਾਰ ਨੂੰ ਅੱਗ ਲੱਗ ਗਈ ਤਾਂ ਇਹ ਨੌਜਵਾਨ ਕਾਰ ਚੋਂ ਨਿਕਲ ਕਿਉਂ ਨਹੀਂ ਸਕਿਆ। ਹੁਣ ਇਸੇ ਤਰ੍ਹਾਂ ਦੀਆਂ ਘਟਨਾਵਾਂ ਮੈਂ ਤੁਹਾਨੂੰ ਸਰੀ ਦੇ ਆਲੇ ਦੁਆਲੇ ਵਾਪਰਨੀਆਂ ਨਾਲ ਦੱਸਣੀਆਂ ਚਾਹੁੰਦਾ। ਬੀਤੇ ਕੁਝ ਕੁ ਵਰ੍ਹਿਆਂ ਤੋਂ ਜਦੋਂ ਕੋਈ ਗੈਂਗ ਨਾਲ ਸੰਬੰਧਿਤ ਇੱਥੇ ਘਟਨਾ ਵਾਪਰਦੀ ਹੈ, ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਇਸ ਘਟਨਾ ਦਾ ਸੰਬੰਧ ਕੋਈ ਇਸ ਤਰੀਕੇ ਦਾ ਹੋਵੇਗਾ, ਪਰ ਇੱਥੋਂ ਅਸੀਂ ਵੇਖਦੇ ਹਾਂ ਕਿ ਜਦੋਂ ਇੰਜ ਕੋਈ ਘਟਨਾ ਵਾਪਰਦੀ ਹੈ, ਕਿਸੇ ਗੈਂਗ ਵੱਲੋਂ ਦੂਸਰੇ ਦਾ ਕਤਲ ਕਰ ਦਿੱਤਾ ਜਾਂਦਾ ਹੈ, ਤਾਂ ਕਿਸੇ ਕਾਰ ਨੂੰ ਜੰਗਲ ਰੋਹੀ ਬਿਆਬਾਨ ਦੇ ਵਿੱਚ ਖੜਾ ਕੇ ਉਹਦੇ ਵਿੱਚ ਉਸ ਵਿਅਕਤੀ ਦੀ ਲਾਸ਼ ਪਾ ਕੇ ਕਾਰ ਨੂੰ ਅੱਗ ਲਾ ਦਿੰਦੇ ਆ। ਇਸ ਤਰ੍ਹਾਂ ਦੀਆਂ ਘਟਨਾਵਾਂ ਸਰੀ ਤੇ ਆਲੇ ਦੁਆਲੇ ਵੀ ਵਾਪਰਦੀਆਂ ਨੇ, ਪਰ ਇਸ ਘਟਨਾ ਦਾ ਘਟਨਾਕ੍ਰਮ ਕੀ ਹੋਇਆ ਇਹ ਪੁਲਿਸ ਹਾਲੇ ਜਾਣਕਾਰੀ ਤੋਂ ਬਾਅਦ ਦੱਸੇਗੀ ਕਿ ਕਿਤੇ ਸੱਚੀ ਮੁੱਚੀ ਆਪ ਮੁਹਾਰੇ ਕਾਰ ਨੂੰ ਅੱਗ ਤਾਂ ਨਹੀਂ ਲੱਗੀ। ਹੋ ਸਕਦਾ ਕਿ ਕੁਨਾਲ ਕਾਰ ਤੋਂ ਬਾਹਰ ਨਿਕਲ ਹੀ ਨਾ ਸਕਿਆ ਹੋਵੇ, ਪਰ ਇਸ ਮੌਤ ਨੂੰ ਸ਼ੱਕੀ ਮੌਤ ਮੰਨਿਆ ਜਾ ਰਿਹਾ ਹੈ। ਅਗਲੀ ਜਿਹੜੀ ਖਬਰ ਹੈ, ਗ੍ਰਹਿ ਮੰਤਰਾਲੇ ਨੇ ਕੁਝ ਅੰਕੜੇ ਦਿੱਤੇ ਨੇ। ਅੰਕੜੇ ਕੀ ਨੇ? ਕੇਂਦਰ ਸਰਕਾਰ ਨੇ ਲੋਕ ਸਭਾ ਦੇ ਵਿੱਚ ਦੱਸਿਆ ਕਿ ਜੰਮੂ ਕਸ਼ਮੀਰ ਦੇ ਵਿੱਚ ਅਗਸਤ 2019 ਦੇ ਵਿੱਚ ਧਾਰਾ 370 ਮਨਸੂਖ ਕਰਨ ਤੋਂ ਲੈ ਕੇ ਹੁਣ ਤੱਕ ਲਗਭਗ 173 ਲੋਕ ਹਿਰਾਸਤ ਵਿੱਚ ਨੇ। ਉਹਨਾਂ ਤੇ ਵੱਖਵਾਦੀ ਸਰਗਰਮੀਆਂ ਦੇ ਵਿੱਚ ਹਿੱਸਾ ਲੈਣ, ਪਥਰਾਅ ਕਰਨ ਅਤੇ ਅਤਵਾਦੀ ਜਥੇਬੰਦੀਆਂ ਨਾਲ ਜੁੜੇ ਹੋਣ ਦੇ ਦੋਸ਼ ਲੱਗੇ ਹੋਏ ਨੇ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਸ਼ਨ ਰੈਡੀ ਨੇ ਲੋਕ ਸਭਾ ਦੇ ਵਿੱਚ ਅਸਲ ਦੇ ਵਿੱਚ ਇੱਕ ਸਵਾਲ ਦਾ ਲਿਖਤੀ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਸਰਕਾਰ ਤੋਂ ਪ੍ਰਾਪਤ ਰਿਪੋਰਟ ਦੇ ਮੁਤਾਬਕ ਸੰਸਦ ਵੱਲੋਂ ਤਤਕਾਲੀ ਜੰਮੂ ਕਸ਼ਮੀਰ ਸੂਬੇ ਸੰਬੰਧੀ ਅਗਸਤ 2019 ਵਿੱਚ ਲਾਗੂ ਕੀਤੀਆਂ ਸੰਵਿਧਾਨਕ ਤਬਦੀਲੀਆਂ ਦੇ ਮੱਦੇਨਜ਼ਰ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਉਪਾਅ ਕੀਤੇ ਗਏ ਸਨ, ਜਿਸ ਤਹਿਤ ਉਹਨਾਂ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਇਹ ਦੱਸਿਆ ਕਿ 1 ਅਗਸਤ 2019 ਤੋਂ ਵੱਖਵਾਦੀਆਂ ਜਥੇਬੰਦੀਆਂ ਦੇ ਕਾਰਕੁਨਾਂ, ਪਥਰਾਅ ਕਰਨ ਵਾਲਿਆਂ ਸਮੇਤ ਵੱਖੋ-ਵੱਖ ਸਮੇਂ ਦੌਰਾਨ 627 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਉਹਨਾਂ ਵਿੱਚੋਂ ਹੁਣ ਤੱਕ ਉਹ ਕਹਿੰਦੇ 454 ਲੋਕਾਂ ਨੂੰ ਲਗਾਤਾਰ ਮੁਲਾਂਕਣ ਕਰਨ ਤੇ ਜ਼ਮੀਨੀ ਹਕੀਕਤਾਂ ਦੇ ਆਧਾਰ ਤੇ ਜਾਂਚ ਪੜਤਾਲ ਕਰਨ ਤੋਂ ਬਾਅਦ ਰਿਹਾ ਕੀਤਾ ਜਾ ਚੁੱਕਿਆ, ਪਰ ਲਗਭਗ ਹਾਲੇ ਵੀ 173 ਲੋਕ ਹਿਰਾਸਤ ਵਿੱਚ ਰੱਖੇ ਹੋਏ ਨੇ। ਅਗਲੀ ਖਬਰ, ਅੱਜ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਸੀ ਕਿ ਸੁਖਪਾਲ ਖਹਿਰਾ ਦੀ ਪਿੰਡ ਰਾਮਗੜ੍ਹ, ਇਹਦੇ ਨਾਲ ਚੰਡੀਗੜ੍ਹ ਵਾਲੀ ਕੋਠੀ ਅਤੇ ਦਿੱਲੀ ਵਿੱਚ ਉਹਨਾਂ ਦੇ ਧੀ ਜਵਾਈ ਦੇ ਘਰ ਤੇ ਛਾਪੇ ਪਏ ਆ। ਕੁੱਲ ਮਿਲਾ ਕੇ 9 ਥਾਵਾਂ ਤੇ ਛਾਪੇਮਾਰੀ ਦੀਆਂ ਖਬਰਾਂ ਨੇ। ਇਲਜ਼ਾਮ ਲਗਾਏ ਗਏ ਸੀ ਕਿ ਮਨੀ ਲਾਂਡਰਿੰਗ ਦਾ ਮਾਮਲਾ ਹੈ, ਇਸ ਕਰਕੇ 10-10.5 ਘੰਟਿਆਂ ਤੱਕ ਸੁਖਪਾਲ ਖਹਿਰਾ ਨਾਲ ਸੰਬੰਧਿਤ ਜਿਹੜੇ ਘਰ ਸੀ ਉਹਨਾਂ ਉੱਤੇ ਛਾਪੇਮਾਰੀ ਹੁੰਦੀ ਰਹੀ। ਜਾਣਕਾਰੀ ਮਿਲੀ ਕਿ ਉੱਥੇ ਸਵੇਰ ਲਗਭਗ 1:30 ਵਜੇ ਹਲਕਾ ਵਿਧਾਇਕ ਨੇ ਭੁਲੱਥ ਦੇ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਪਿੰਡ ਰਾਮਗੜ੍ਹ ਵਿਚਲੇ ਘਰ ਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ, ਜਿਸ ਨੂੰ ਆਪਾਂ ਈਡੀ ਕਹਿੰਦੇ ਆ, ਉਸ ਤੇ ਅਧਿਕਾਰੀ ਪਹੁੰਚੇ ਤੇ ਅਧਿਕਾਰੀਆਂ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਪਿੰਡ ਦੇ ਮੋਹਤਵਾਰ ਜਾਂ ਫਿਰ ਖਹਿਰਾ ਦੇ ਨੇੜਲੇ ਜਿਹੜੇ ਲੋਕ ਸਨ ਉਹਨਾਂ ਨੂੰ ਘਰਾਂ ਦੇ ਅੰਦਰ ਤੱਕ ਜਾਣ ਨਹੀਂ ਦਿੱਤਾ ਗਿਆ। ਘਰ ਦੇ ਵਿੱਚ ਖਹਿਰਾ ਪਰਿਵਾਰ ਦਾ ਕੋਈ ਵੀ ਮੈਂਬਰ ਹਾਜ਼ਰ ਨਾ ਹੋਣ ਦਿੱਤਾ। ਛਾਪੇ ਬਾਰੇ ਸੁਖਪਾਲ ਖਹਿਰਾ ਦੇ ਚਚੇਰੇ ਭਰਾ ਕੁਲਵੀਰ ਸਿੰਘ ਖਹਿਰਾ ਨੇ ਦੱਸਿਆ ਕਿ ਜਦੋਂ ਸਵੇਰ ਵਕਤ ਲਗਭਗ 7:30 ਵਜੇ ਉਹਨਾਂ ਦੇ ਘਰ ਈਡੀ ਦੀ ਟੀਮ ਆਈ, ਈਡੀ ਦੀ ਟੀਮ ਨੇ ਉਹਨਾਂ ਦੇ ਘਰ ਨੂੰ ਘੇਰ ਲਿਆ ਤਾਂ ਘਰ ਦੇ ਵਿੱਚ ਤਕਰੀਬਨ 1.5 ਘੰਟਾ ਉਹ ਰਹੇ। ਜਦੋਂ ਕੁਲਵੀਰ ਸਿੰਘ ਦੀ ਪਤਨੀ ਨੇ ਸਰਚ ਵਾਰੰਟ ਦੀ ਮੰਗ ਕੀਤੀ ਕਿ ਤੁਸੀਂ ਦੱਸੋ ਸਾਡਾ ਘਰ ਸਰਚ ਕਰ ਰਹੇ ਹੋ, ਸਰਚ ਵਾਰੰਟ ਦਿਖਾ ਦਿਓ, ਤਾਂ ਤੁਸੀਂ ਦੇਖੋ ਕਿ ਈਡੀ ਦੀ ਟੀਮ ਨੇ ਸੁਖਪਾਲ ਸਿੰਘ ਖਹਿਰਾ ਦੇ ਘਰ ਦਾ ਸਰਚ ਵਾਰੰਟ ਦਿਖਾ ਦਿੱਤਾ। ਤਾਂ ਉਸ ਘਰੇਲੂ ਸੁਆਣੀ ਦੇ ਵੱਲੋਂ ਟੀਮ ਦਾ ਡਟ ਕੇ ਵਿਰੋਧ ਕੀਤਾ ਕਿ ਉਹ ਕਹਿੰਦੇ ਸਾਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ, ਇਹ ਖਹਿਰੇ ਦੇ ਚਾਚੇ ਦਾ ਘਰ ਹੈ, ਤੁਸੀਂ ਖਹਿਰੇ ਦੇ ਘਰ ਦੇ ਵਾਰੰਟ ਦਿਖਾ ਕੇ ਸਾਡੇ ਘਰ ਦੀ ਸਰਚ ਨਹੀਂ ਕਰ ਸਕਦੇ। ਖਹਿਰਾ ਦੇ ਚਚੇਰੇ ਭਰਾ ਐਡਵੋਕੇਟ ਅਮਰਦੀਪ ਸਿੰਘ ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਈਡੀ ਟੀਮ ਜੋ ਤਕਰੀਬਨ 8 ਲਿਫਾਫੇ ਲੈ ਕੇ ਅੰਦਰ ਗਈ ਸੀ, ਕੋਈ ਵੀ ਗਲਤ ਹਰਕਤ ਕਰਕੇ ਉਹਨਾਂ ਤੇ ਝੂਠਾ ਕੇਸ ਪਾਇਆ ਜਾ ਸਕਦਾ ਹੈ। ਐਡਵੋਕੇਟ ਖਹਿਰਾ ਨੇ ਦੱਸਿਆ ਕਿ ਟੀਮ ਨੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਤਾਂ ਉੱਪਰੋਂ ਹਦਾਇਤਾਂ ਮਿਲੀਆਂ ਨੇ, ਉਹਦੇ ਅਨੁਸਾਰ ਅਸੀਂ ਕਾਰਵਾਈ ਕਰ ਰਹੇ ਹਾਂ, ਪਰ ਹਦਾਇਤਾਂ ਕੀ ਮਿਲੀਆਂ ਨੇ ਉਹ ਕਹਿੰਦੇ ਇਸ ਗੱਲ ਦਾ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਤੇ ਦੂਸਰੇ ਪਾਸੇ ਭੁਲੱਥ ਤੋਂ ਵਿਧਾਇਕ ਨੇ ਸੁਖਪਾਲ ਖਹਿਰਾ
ਉਹਨਾਂ ਦੇ ਘਰ ਤੇ ਵੀ ਜਿਹੜੀ ਛਾਪੇਮਾਰੀ ਕੀਤੀ ਗਈ। ਰੇਡ ਸਮਾਪਤ ਹੋਣ ਤੋਂ ਬਾਅਦ ਸੁਖਪਾਲ ਖਹਿਰਾ ਨੇ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਦੇ ਬਾਹਰ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਦੋਸ਼ ਉਹਨਾਂ ਤੇ ਹੈ ਨਹੀਂ। ਜਾਂਚ ਏਜੰਸੀ ਉਹਨਾਂ ਦੇ ਘਰ ਆਈ ਪਰ ਉਹਨਾਂ ਨੂੰ ਮਿਲਿਆ ਕੀ? ਈਡੀ ਉਹਨਾਂ ਦਾ ਘਰ ਦਾ ਕਹਿੰਦੇ ਜਾਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀ। ਉਹਨਾਂ ਦੱਸਿਆ ਕਿ ਜਾਂਚ ਏਜੰਸੀ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਫੋਨ ਵੀ ਲੈ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੀ ਬੇਟੀ ਦੇ ਵਿਆਹ ਦੇ ਖਰਚ ਦੀਆਂ ਜੋ ਡਾਇਰੀਆਂ ਸਨ ਜਿਨ੍ਹਾਂ ਤੇ ਲਿਖਿਆ ਸੀ ਕਿੱਥੋਂ ਲਿਆ ਕਿੱਥੋਂ ਦਿੱਤਾ, ਉਹ ਚੁੱਕ ਕੇ ਲੈ ਗਈ ਹੈ। ਦੱਸਣਾ ਬਣਦਾ ਕਿ ਈਡੀ ਵੱਲੋਂ 10 ਘੰਟੇ ਤੋਂ ਜ਼ਿਆਦਾ ਸੁਖਪਾਲ ਖਹਿਰਾ ਦੇ ਘਰ ਦੀ ਸਰਚ ਕੀਤੀ ਗਈ ਹੈ। ਹੁਣ ਸੁਖਪਾਲ ਖਹਿਰਾ ਦੀ ਇਸ ਛਾਪੇਮਾਰੀ ਦੇ ਉੱਤੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਗੂੰਜ ਪੈਂਦੀ ਰਹੀ। ਜਦੋਂ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਰਪਾਲ ਚੀਮਾ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਅਸੀਂ ਕੀ ਮਦਦ ਕਰੀਏ, ਸਾਨੂੰ ਕੀ ਪਤਾ ਹੈ, ਖਹਿਰਾ ਦੋਸ਼ੀ ਤਾਂ ਨਹੀਂ ਕਿਤੇ। ਹਾਂ, ਜੇ ਨਿਰਦੋਸ਼ ਹੋਇਆ ਫਿਰ ਅਸੀਂ ਸੋਚਾਂਗੇ ਕਿ ਇਹਨਾਂ ਦੀ ਮਦਦ ਕਰਨੀ ਹੈ ਕਿ ਨਹੀਂ। ਤੁਸੀਂ ਦੇਖੋ ਕਿ ਬੋ ਕਿਸ ਤਰ੍ਹਾਂ ਦੀ ਆ ਰਹੀ ਹੈ। ਦੂਸਰੇ ਪਾਸੇ ਕੁਝ ਕਾਂਗਰਸੀਆਂ ਨੇ ਜ਼ਰੂਰ ਆਖਿਆ ਕਿ ਸਿਰਫ ਤੇ ਸਿਰਫ ਇਹ ਉਹ ਲੋਕਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕ ਇਸ ਵਕਤ ਕਿਸਾਨੀ ਅੰਦੋਲਨ ਦਾ ਸਮਰਥਨ ਕਰ ਰਹੇ ਨੇ। ਤੁਹਾਨੂੰ ਦੱਸਣਾ ਬਣਦਾ ਹੈ ਕਿ ਸ਼ਾਇਦ ਤੁਹਾਨੂੰ ਯਾਦ ਵੀ ਹੋਵੇ ਜਦੋਂ 26 ਜਨਵਰੀ ਨੂੰ ਨਵਰੀਤ ਸਿੰਘ ਦੀ ਮੌਤ ਹੁੰਦੀ ਹੈ, ਕੁਝ ਮੀਡੀਆ ਰਿਪੋਰਟਸ ਕਹਿੰਦੀਆਂ ਸਨ ਕਿ ਉਸ ਤੇ ਪਹਿਲਾਂ ਗੋਲੀ ਲੱਗੀ ਤੇ ਬਾਅਦ ਦੇ ਵਿੱਚ ਫਿਰ ਟਰੈਕਟਰ ਪਲਟਿਆ ਤੇ ਬਾਅਦ ਦੇ ਵਿੱਚ ਖਬਰ ਇਹ ਫੈਲਾਈ ਗਈ ਕਿ ਟਰੈਕਟਰ ਪਲਟਿਆ ਤੇ ਉਸ ਦੀ ਮੌਤ ਹੋ ਗਈ। ਨਵਰੀਤ ਦੇ ਦਾਦਾ ਜੀ ਹਰਦੀਪ ਸਿੰਘ ਹੋਰਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੁਖਪਾਲ ਖਹਿਰਾ ਵੀ ਨਾਲ ਸਨ ਤੇ ਉਹਨਾਂ ਨੇ ਮੰਗ ਕੀਤੀ ਸੀ, ਆਵਾਜ਼ ਬੁਲੰਦ ਕੀਤੀ ਸੀ ਕਿ ਇਹਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ। ਉਹਦੇ ਤੋਂ ਬਾਅਦ ਹਰਦੀਪ ਸਿੰਘ ਹੋਰਾਂ ਨੇ ਆਪਣੇ ਪੋਤੇ ਦੀ ਮੌਤ ਦੇ ਬਾਬਤ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ ਤੇ ਜਿਸ ਤੋਂ ਬਾਅਦ ਦਿੱਲੀ ਅਤੇ ਇਹਦੇ ਨਾਲ ਯੂਪੀ ਪੁਲਿਸ ਤਲਬ ਵੀ ਕੀਤੀ ਹੋਈ ਹੈ। ਸੋ ਹੁਣ ਉਧਰ ਨੂੰ ਤਾਰਾਂ ਜੋੜ ਕੇ ਵੀ ਮੀਡੀਆ ਵੱਲੋਂ ਦੇਖਿਆ ਜਾ ਰਿਹਾ ਕਿ ਸ਼ਾਇਦ ਕਿਤੇ ਉਹਨਾਂ ਲੋਕਾਂ ਦੇ ਉੱਤੇ ਪ੍ਰੈਸ਼ਰ ਤਾਂ ਨਹੀਂ ਪਾਇਆ ਜਾ ਰਿਹਾ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨੀ ਅੰਦੋਲਨ ਦੀ ਸਪੋਰਟ ਕਰ ਰਹੇ ਨੇ, ਸਮਰਥਨ ਕਰ ਰਹੇ ਨੇ। ਤੇ ਅਗਲੀ ਖਬਰ ਵੀ ਕਿਸਾਨੀ ਜਾਂ ਕਿਸਾਨ ਅੰਦੋਲਨ ਜਾਂ ਕਿਸਾਨੀ ਨਾਲ ਹੀ ਸੰਬੰਧਿਤ ਆਖੀ ਜਾ ਸਕਦੀ ਹੈ। ਖਪਤਕਾਰ ਮਾਮਲਿਆਂ ਦੇ ਮੰਤਰੀ ਨੇ ਪੀਯੂਸ਼ ਗੋਇਲ ਉਹੀ ਮੰਤਰੀ ਨੇ ਜਿਨ੍ਹਾਂ ਨੇ ਕਿਸਾਨ ਜਥੇਬੰਦੀਆਂ ਦੇ ਨਾਲ ਨਰਿੰਦਰ ਤੋਮਰ ਤੇ ਸੋਮ ਪ੍ਰਕਾਸ਼ ਦੇ ਨਾਲ ਮਿਲ ਕੇ 11 ਵਾਰ ਮੀਟਿੰਗਾਂ ਕੀਤੀਆਂ ਨੇ। ਹੁਣ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਪੀਯੂਸ਼ ਗੋਇਲ ਨੇ ਅੱਜ ਲੋਕ ਸਭਾ ਦੇ ਵਿੱਚ ਕਿਸਾਨਾਂ ਤੋਂ ਜ਼ਮੀਨੀ ਰਿਕਾਰਡ ਮੰਗਣ ਬਾਰੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਜਤਾਏ ਗਏ ਉਜ਼ਰ ਦਾ ਜਵਾਬ ਦਿੱਤਾ ਹੈ ਕਿ ਭਾਰਤੀ ਖੁਰਾਕ ਨਿਗਮ ਭਾਵ FCI ਭਾਰਤ ਦੇ ਵਿੱਚ ਅਨਾਜ ਦੀ ਖਰੀਦ ਦਾ ਕੰਮ ਕਰਦੀ ਹੈ ਤੇ ਠੀਕ ਢੰਗ ਨਾਲ ਕਰਦੀ ਹੈ। ਉਹ ਕਹਿੰਦੇ ਪੰਜਾਬ ਸਿਰਫ ਇੱਕੋ ਇੱਕ ਸੂਬਾ ਹੈ ਜਿਸ ਨੂੰ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਲਾਭ ਦੇਣ ਲਈ ਚਲਾਈ ਗਈ ਖਰੀਦ ਦੀ ਇਸ ਪਾਰਦਰਸ਼ੀ ਢੰਗ ਨਾਲ ਜੋ ਮੰਗਿਆ ਜਾ ਰਿਹਾ ਉਸ ਤਰੀਕੇ ਦੇ ਉੱਤੇ ਢੰਗ ਦੇ ਉੱਤੇ ਇਤਰਾਜ਼ ਹੈ। ਇੱਥੇ ਦੱਸਣਾ ਬਣਦਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਖੇਤੀ ਕਾਨੂੰਨਾਂ ਤੇ FCI ਵੱਲੋਂ ਕਿਸਾਨਾਂ ਤੋਂ ਫਸਲ ਖਰੀਦ ਮੌਕੇ ਜ਼ਮੀਨੀ ਰਿਕਾਰਡ ਮੰਗੇ ਜਾਣ ਸੰਬੰਧੀ ਮਾਮਲਾ ਚੁੱਕਿਆ ਸੀ। ਉਹਨਾਂ ਕੇਂਦਰ ਵੱਲੋਂ ਰਾਜਾਂ ਦੇ ਅਧਿਕਾਰ ਖੇਤਰ ਵਿੱਚ ਦਖਲ ਦੇਣ ਦਾ ਕੇਂਦਰ ਤੇ ਦੋਸ਼ ਵੀ ਲਾਇਆ। ਉਹਨਾਂ ਸਵਾਲ ਕੀਤਾ ਕਿ ਪੰਜਾਬ ਵਿੱਚ 40% ਕਿਸਾਨ ਬੇਜ਼ਮੀਨੇ ਨੇ ਭਾਵ ਠੇਕੇ ਤੇ ਜ਼ਮੀਨ ਲੈ ਕੇ ਉਹ ਖੇਤੀ ਕਰਦੇ ਆ, ਉਹ ਫਸਲ ਦੀ ਅਦਾਇਗੀ ਲਈ FCI ਵੱਲੋਂ ਜ਼ਮੀਨੀ ਰਿਕਾਰਡ ਪੇਸ਼ ਕਿਵੇਂ ਕਰਨਗੇ। ਤੇ ਉਹਦਾ ਜਵਾਬ ਦੇ ਰਹੇ ਸੀ ਗੋਇਲ ਸਾਹਿਬ। ਉਹ ਕਹਿੰਦੇ ਆ ਮੇਰੀ ਭੈਣ ਹਰਸਿਮਰਤ ਬਾਦਲ ਕਦੇ ਐਸੇ ਹੀ ਮੰਤਰੀ ਮੰਡਲ ਦਾ ਹਿੱਸਾ ਸਨ। ਉਹ ਕਿਉਂ ਨਹੀਂ ਜਾਣਦੇ, ਉਹ ਕਿਉਂ ਭੁੱਲ ਗਏ ਕਿ ਮੋਦੀ ਸਰਕਾਰ ਤਾਂ ਪਾਰਦਰਸ਼ਤਾ ਦੇ ਉੱਤੇ ਵਚਨਬੱਧ ਹੈ ਤੇ ਇਹਨਾਂ ਦੀ ਵੀ ਵਚਨਬੱਧਤਾ ਸੀ। ਉਹ ਕਹਿੰਦੇ ਅਸਲ ਦੇ ਵਿੱਚ ਹਰਸਿਮਰਤ ਕੌਰ ਬਾਦਲ ਹੁਣ ਤਾਂ ਖੇਤੀ ਕਾਨੂੰਨਾਂ ਬਾਰੇ ਸਰਕਾਰ ਦਾ ਵਿਰੋਧ ਕਰ ਰਹੀ ਹੈ ਪਰ ਪਹਿਲਾਂ ਸਾਡੇ ਨਾਲ ਹੀ ਹੁੰਦੀ ਸੀ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜ਼ੋਰ ਸ਼ੋਰ ਨਾਲ ਉਹ ਹਾਮੀ ਵੀ ਭਰਦੀ ਰਹੀ ਹੈ। ਤੇ ਇੱਕ ਵਾਰੀ ਫੇਰ ਗੋਇਲ ਨੇ ਕਿਹਾ ਕਿ ਪੂਰੇ ਮੁਲਕ ਦੇ ਵਿੱਚ FCI ਵਧੀਆ ਖਰੀਦ ਕਰ ਰਹੀ ਹੈ, ਵਧੀਆ ਢੰਗ ਤਰੀਕਾ ਅਪਣਾ ਰਹੀ ਹੈ, ਪਰ ਪੰਜਾਬ ਇੱਕੋ ਇੱਕ ਸੂਬਾ ਜਿਹੜਾ ਵੀ ਅਸੀਂ ਕਾਨੂੰਨ ਬਣਾਉਂਦੇ ਜਿਹਦੇ ਤੇ ਉਹਨੂੰ ਇਤਰਾਜ਼ ਹੁੰਦਾ ਹੈ। ਪੀਯੂਸ਼ ਗੋਇਲ ਨੇ ਕਿਹਾ ਕਿ ਹਰਸਿਮਰਤ ਇਸ ਵਾਰ ਸਾਨੂੰ ਨਹੀਂ ਸਗੋਂ ਪੰਜਾਬ ਸਰਕਾਰ ਨੂੰ ਪੁੱਛੇ ਕਿ ਉਹ ਜ਼ਮੀਨੀ ਰਿਕਾਰਡ ਅਪਡੇਟ ਕਰੇ ਅਤੇ ਇਸ ਪਾਰਦਰਸ਼ਤਾ ਵਾਲੇ ਢੰਗ ਦੇ ਵਿੱਚ ਅੜਿੱਕਾ ਨਾ ਬਣੇ। ਹੁਣ ਅਸਲ ਦੇ ਵਿੱਚ ਕਿਸਾਨ ਵੀ ਨਹੀਂ ਚਾਹੁੰਦੇ, ਆੜਤੀਏ ਵੀ ਨਹੀਂ ਚਾਹੁੰਦੇ। ਜਿਸ ਤਰ੍ਹਾਂ ਦੇ ਕਾਨੂੰਨ ਲਗਾਤਾਰ ਕੇਂਦਰ ਸਰਕਾਰ ਦੇ ਵੱਲੋਂ ਬਣਾਏ ਜਾ ਰਹੇ ਨੇ ਜਾਂ ਕਿਸਾਨੀ ਤੇ ਥੋਪੇ ਜਾ ਰਹੇ ਨੇ, ਉਹਦਾ ਵਿਰੋਧ ਇਸ ਵਕਤ ਹੋ ਰਿਹਾ ਹੈ। ਉਹੀ ਆਵਾਜ਼ ਹਰਸਿਮਰਤ ਕੌਰ ਬਾਦਲ ਨੇ
ਲੋਕ ਸਭਾ ਦੇ ਵਿੱਚ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਪੁਰਾਣੀਆਂ ਕਈ ਵੀ ਕਹਿੰਦੇ ਨਹੀਂ ਹੁੰਦੇ, ਕਈ ਵਾਰੀ ਬੰਦੇ ਨੂੰ ਹੱਥਾਂ ਦੀਆਂ ਦਿੱਤੀਆਂ ਤੇ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ। ਅੱਜ ਭਾਵੇਂ ਮੁੱਦਾ ਬਿਲਕੁਲ ਜਾਇਜ਼ ਚੁੱਕ ਰਹੇ ਸੀ, ਪਰ ਪੁਰਾਣੀ ਹਾਮੀ ਭਰੀ ਹੋਈ ਅੱਜ ਉਹਨਾਂ ਦੇ ਸਾਹਮਣੇ ਆ ਕੇ ਖੜ ਰਹੀ ਸੀ। ਵਾਰ-ਵਾਰ ਪਿਊਸ਼ ਗੋਇਲ ਉਹਨਾਂ ਨੂੰ ਵਾਰ-ਵਾਰ ਆਖ ਰਹੇ ਸੀ ਕਿ ਆਹ ਮੇਰੀ ਭੈਣ ਇਹਨਾਂ ਕਾਨੂੰਨਾਂ ਦੇ ਪਹਿਲਾਂ ਹੱਕ ਵਿੱਚ ਹੀ ਭੁਗਤਦੀ ਹੁੰਦੀ ਸੀ, ਪਰ ਹੁਣ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਹੋ ਕੇ ਸਾਡੇ ਵਿਰੋਧ ਬੋਲ ਰਹੀ ਹੈ। ਤੇ ਹੁਣ ਕਿਸਾਨੀ ਅੰਦੋਲਨ ਦੀ ਗੂੰਜ, ਜਿਸ ਤਰ੍ਹਾਂ ਆਪਾਂ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ, ਕਿ ਉਹ ਬਰਤਾਨੀਆ ਦੇ ਵਿੱਚ ਗੂੰਜੀ ਹੈ, ਤੇ ਅੱਜ ਹਰਿਆਣੇ ਦੇ ਵਿੱਚ ਹਰਿਆਣਾ ਸਰਕਾਰ ਦੀ ਵੀ ਅਗਨ ਪ੍ਰੀਖਿਆ ਹੋਣੀ ਹੈ। ਹਰਿਆਣਾ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਹੈ ਤੇ ਇਸੇ ਦੌਰਾਨ ਬੇਭਰੋਸਗੀ ਦਾ ਮਤਾ ਵੀ ਲਿਆਂਦਾ ਹੋਇਆ। 10 ਮਾਰਚ ਨੂੰ ਭਾਵ ਅੱਜ ਉੱਥੇ VOTING ਹੋਣੀ ਹੈ ਤੇ ਗੱਠਜੋੜ ਸਰਕਾਰ ਦੀ ਇਹ ਪ੍ਰੀਖਿਆ ਦੀ ਘੜੀ ਹੈ। ਤੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਤੇ ਖਾਪ ਪੰਚਾਇਤਾਂ ਨੇ ਹਰਿਆਣਾ ਦੇ ਭਾਰਤੀ ਜਨਤਾ ਪਾਰਟੀ ਅਤੇ JJP ਤੇ ਹੋਰ ਵਿਧਾਇਕਾਂ ਦੇ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਹੈ ਅਤੇ ਬੇਭਰੋਸਗੀ ਮਤੇ ਤੇ ਸਰਕਾਰ ਦੇ ਖਿਲਾਫ ਵੋਟ ਕਰਨ ਦੀ ਮੰਗ ਵੀ ਕੀਤੀ ਹੈ। ਕਿਸਾਨ ਜਥੇਬੰਦੀਆਂ ਨੇ ਵਿਧਾਨ ਸਭਾ ਹਲਕਾ ਬਾਰਡਰਾਂ ਤੋਂ ਵਿਧਾਇਕ ਨੈਣਾ ਚੌਟਾਲਾ ਦੇ ਚਰਖੀ ਦਾਦਰੀ ਵਿਚਲੇ ਘਰ ਦਾ ਘਿਰਾਓ ਕੀਤਾ ਅਤੇ ਹਰਿਆਣਾ ਸਰਕਾਰ ਦੇ ਲੋਕ ਵਿਰੋਧੀ ਰਵੱਈਏ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਉਹਨਾਂ ਕਿਹਾ ਕਿ JJP ਦੇ ਸਾਰੇ ਵਿਧਾਇਕ ਕਿਸਾਨਾਂ ਦੀਆਂ ਵੋਟਾਂ ਦੇ ਸਹਾਰੇ ਵਿਧਾਨ ਸਭਾ ਤੱਕ ਪਹੁੰਚੇ ਹੈ। ਹੁਣ JJP ਦੇ ਵਿਧਾਇਕ ਸੱਤਾ ਦੇ ਲਾਲਚ ਦੇ ਵਿੱਚ ਕਿਸਾਨਾਂ ਨੂੰ ਅਣਗੌਲਿਆਂ ਕਰ ਰਹੇ ਹੈ। ਉਹਨਾਂ ਕਿਹਾ ਕਿ 10 ਮਾਰਚ ਨੂੰ ਜਿਹੜੇ ਵਿਧਾਇਕਾਂ ਨੇ ਬੇਭਰੋਸਗੀ ਮਤੇ ਦੀ ਹਮਾਇਤ ਵਿੱਚ ਵੋਟ ਨਾ ਪਾਈ ਤਾਂ ਉਹਨਾਂ ਦਾ ਬਾਈਕਾਟ ਕੀਤਾ ਜਾਏਗਾ। ਨੈਣਾ ਚੌਟਾਲਾ ਦੇ ਘਰੋਂ ਕਿਸੇ ਦੇ ਮੰਗ ਪੱਤਰ ਲੈਣ ਨਾ ਆਉਣ ਤੇ ਕਿਸਾਨਾਂ ਨੇ ਉਹ ਮੰਗ ਪੱਤਰ ਬਾਹਰੇ ਉਹਨਾਂ ਦੀ ਕੰਧ ਤੇ ਚਿਪਕਾ ਦਿੱਤਾ। ਕਿਸਾਨ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦੇ ਵੀ ਦਫ਼ਤਰ ਦੇ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਦੇ ਦਫ਼ਤਰ ਦੇ ਵਿੱਚ ਦੇਖ ਰੇਖ ਕਰਨ ਵਾਲੇ ਮੁਲਾਜ਼ਮ ਨੂੰ ਉਹ ਇਹ ਮੰਗ ਪੱਤਰ ਦੇ ਕੇ ਆਇਆ ਕਿ ਸਰਕਾਰ ਦੇ ਖਿਲਾਫ VOTING ਕੀਤੀ ਜਾਵੇ ਤੇ ਨਾਲ ਦਫ਼ਤਰ ਦੇ ਬਾਹਰ ਇੱਕ ਕਾਪੀ ਇਸ ਮੰਗ ਪੱਤਰ ਦੀ ਨਾਲ ਚਿਪਕਾ ਵੀ ਆਏ। ਇਸੇ ਤਰ੍ਹਾਂ ਜੀਂਦ ਵਿੱਚ ਭਾਜਪਾ ਵਿਧਾਇਕ ਕ੍ਰਿਸ਼ਨ ਮਿੱਡਾ, ਨਰਵਾਣਾ ਵਿੱਚ JJP ਵਿਧਾਇਕ ਰਾਮ ਨਿਵਾਸ, ਸੂਰਜਾ ਖੇੜਾ ਅਤੇ ਜੁਲਾਣਾ ਤੋਂ ਵਿਧਾਇਕ ਅਮਨ ਢਾਂਡਾ ਦੇ ਨਾਮ ਵੀ ਮੰਗ ਪੱਤਰ ਦਿੱਤੇ ਗਏ ਹੈ। ਇਸੇ ਤਰ੍ਹਾਂ ਕੁਝ ਹੋਰ ਵਿਧਾਇਕਾਂ ਦੇ ਦਫ਼ਤਰਾਂ ਦੇ ਬਾਹਰ ਮੰਗ ਪੱਤਰ ਸਾੜ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਅਤੇ ਕੁਝ ਹੋਰਨਾਂ ਵਿਧਾਇਕਾਂ ਦੇ ਘਰਾਂ ਦੇ ਬਾਹਰ ਅਤੇ ਦਫ਼ਤਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਦੀਆਂ ਖਬਰਾਂ ਵੀ ਨੇ। ਤੇ ਦੂਸਰੇ ਪਾਸੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨੇ ਗੁਰਨਾਮ ਸਿੰਘ ਚੜੂਨੀ, ਉਹਨਾਂ ਨੇ ਹਰਿਆਣਾ ਦੇ ਵਿਧਾਇਕਾਂ ਨੂੰ ਬੇਭਰੋਸਗੀ ਮਤੇ ਦੀ ਹਮਾਇਤ ਦੇ ਵਿੱਚ ਵੋਟ ਕਰਨ ਲਈ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਲੋਕ ਪਹਿਲੀ ਵਾਰ ਵਿਧਾਇਕਾਂ ਤੋਂ ਵੋਟਾਂ ਮੰਗ ਰਹੇ ਹੈ। ਅੱਜ ਤੱਕ ਅਸੀਂ ਤੁਹਾਨੂੰ ਵੋਟਾਂ ਪਾ ਕੇ ਇਸ ਸਦਨ ਦੇ ਵਿੱਚ ਪਹੁੰਚਾਉਣੇ ਆ ਤੇ ਕਹਿੰਦੇ ਜਿਹੜਾ ਵਿਧਾਇਕ ਬੇਭਰੋਸਗੀ ਮਤੇ ਦੀ ਹਮਾਇਤ ਦੇ ਵਿੱਚ ਵੋਟ ਨਹੀਂ ਪਾਏਗਾ ਉਸ ਨੂੰ ਲੋਕਾਂ ਤੋਂ ਫਿਰ ਵੋਟ ਮੰਗਣ ਦਾ ਕੋਈ ਹੱਕ ਨਹੀਂ ਰਹੇਗਾ। ਹਰਿਆਣਾ ਵਿੱਚ JJP ਨੇ ਵੀ ਆ ਬੇਭਰੋਸਗੀ ਮਤੇ ਤੇ ਹੋਣ ਵਾਲੀ VOTING ਜਿਹੜੀ ਅੱਜ ਹੋਣੀ ਆ ਉਹਦੇ ਲਈ whip ਜਾਰੀ ਕਰ ਦਿੱਤਾ ਹੈ। ਸਾਰੇ ਵਿਧਾਇਕਾਂ ਨੂੰ ਸਰਕਾਰ ਦੀ ਹਮਾਇਤ ਦੇ ਵਿੱਚ ਵੋਟ ਕਰਨ ਦੀਆਂ ਹਦਾਇਤਾਂ ਚਾੜ ਦਿੱਤੀਆਂ ਨੇ ਤੇ whip ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਸਾਰੇ ਵਿਧਾਇਕ VOTING ਵਾਲੇ ਦਿਨ ਭਾਵ 10 ਮਾਰਚ ਵਾਲੇ ਦਿਨ ਸਾਰਾ ਦਿਨ ਸਦਨ ਦੇ ਵਿੱਚ ਹਾਜ਼ਰ ਰਹਿਣ, ਇਹ ਹਦਾਇਤ ਜਾਰੀ ਕਰ ਦਿੱਤੀ ਗਈ ਹੈ। JJP ਵੱਲੋਂ ਜਾਰੀ ਕੀਤੇ ਗਏ whip ਦੇ ਮੁਤਾਬਕ ਪਾਰਟੀ ਦੇ ਵਿਧਾਇਕਾਂ ਅਤੇ ਹੋਰਨਾਂ ਆਗੂਆਂ ਨੂੰ ਭਾਵੇਂ ਆਖਤਾ ਦਿੱਤਾ ਗਿਆ ਕਿ ਵੋਟ ਹੱਕ ਵਿੱਚ ਪਾਉਣੀ ਹੈ ਤੇ ਤੁਸੀਂ ਉੱਥੇ ਹਾਜ਼ਰ ਵੀ ਰਹਿਣਾ ਹੈ, ਪਰ ਇਹਦੇ ਨਾਲ ਮੁਸ਼ਕਲਾਂ ਉਹਨਾਂ ਦੀਆਂ ਵੱਧਦੀਆਂ ਜਾਪਦੀਆਂ ਨੇ, ਜਿਸ ਦਾ ਮੁੱਖ ਕਾਰਨ ਇਹ ਹੈ ਕਿ ਸਾਲ 2018 ਦੇ ਵਿੱਚ ਬਣੀ JJP ਪਹਿਲੇ ਦਿਨ ਤੋਂ ਕਿਸਾਨਾਂ ਦੀ ਗੱਲ ਕਰਦੀ ਰਹੀ ਅਤੇ ਕਿਸਾਨਾਂ ਤੋਂ ਵੋਟਾਂ ਲੈ ਕੇ 2019 ਦੇ ਵਿੱਚ ਸਦਨ ਦੇ ਵਿੱਚ ਪਹੁੰਚੀ ਸੀ। ਪਰ ਹੁਣ JJP ਵਿਧਾਇਕਾਂ ਦਾ ਪਹਿਲਾਂ ਹੀ ਕਿਸਾਨਾਂ ਦੇ ਵੱਲੋਂ ਵਿਰੋਧ ਜਾਰੀ ਵੀ ਆ ਤੇ ਆ ਪਹਿਲਾ ਸਵਾਲ ਹੈ ਕਿਸਾਨਾਂ ਦਾ ਉਹਨਾਂ ਨੂੰ। ਇਸੇ ਤਰ੍ਹਾਂ ਜਾਣਕਾਰੀ ਮਿਲ ਰਹੀ ਹੈ ਕਿ ਹਰਿਆਣਾ ਲੋਕ ਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਨੇ ਪਹਿਲਾਂ ਹੀ ਕਿਸਾਨਾਂ ਦਾ ਮੰਗ ਪੱਤਰ ਨਾ ਲੈ ਕੇ ਆਪਣੀ ਸਥਿਤੀ ਸਪਸ਼ਟ ਕਰ ਦਿੱਤੀ ਹੈ। ਚਰਖੀ ਦਾਦਰੀ ਤੋਂ ਆਜ਼ਾਦ ਵਿਧਾਇਕ ਦੇ ਸਾਂਗਵਾਨ ਖਾਪ ਦੇ ਪ੍ਰਧਾਨ ਸੋਮਵੀਰ ਸਾਂਗਵਾਨ ਨੇ ਬੇਭਰੋਸਗੀ ਮਤੇ ਦੀ ਹਮਾਇਤ ਦੇ ਵਿੱਚ ਵੋਟ ਪਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਦੇਸ਼ ਦਾ ਅੰਨਦਾਤਾ ਆਪਣੀਆਂ ਮੰਗਾਂ ਵਾਸਤੇ ਇਸ ਵਕਤ ਸੰਘਰਸ਼ ਕਰ ਰਿਹਾ ਹੈ। ਭਾਜਪਾ ਸਰਕਾਰ ਉਹਨਾਂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ। ਅਜਿਹੀ ਸਰਕਾਰ ਨੂੰ ਸੱਤਾ ਦੇ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ। ਇਹ ਵੀ ਪਤਾ ਲੱਗਾ ਕਿ ਹਰਿਆਣਾ ਵਿਧਾਨ ਸਭਾ 'ਚ JJP ਦੇ 2 ਵਿਧਾਇਕਾਂ ਨੇ ਕੱਲ ਇਹਨਾਂ ਕਾਨੂੰਨਾਂ ਜਿਹੜੇ ਕਿਸਾਨਾਂ ਲਈ ਬਣਾਏ ਨੇ ਉਹਨਾਂ ਦੇ ਵਿਰੋਧ ਦੇ ਵਿੱਚ ਆਵਾਜ਼ ਬੁਲੰਦ ਕੀਤੀ। ਇਹਨਾਂ ਦੇ ਕਿਸਾਨਾਂ ਦੇ ਹੱਕ ਵਿੱਚ ਬੋਲੇ। ਉਹਨਾਂ ਵਿੱਚੋਂ ਇੱਕ ਨੇ ਤਾਂ ਇਹ ਕਿਹਾ ਕਿ ਕੇਂਦਰ ਸਰਕਾਰ ਨੂੰ ਇਹਨਾਂ ਕਾਨੂੰਨਾਂ ਨੂੰ ਅਗਲੇ 2-3 ਸਾਲਾਂ ਦੇ ਵਾਸਤੇ ਮੁਲਤਵੀ ਕਰ ਦੇਣਾ ਚਾਹੀਦਾ।
जबकि दूसरे ने सुझाव दिता कि हरियाणा सरकार है उन्होंने अपनी सरकार घट्टो घट्ट समर्थन मुल ते कोई कानून बना देवे। उन्होंने कहा कि किसानों की मंग जायज़ है, जे मैनू किसानों के हक में अस्तीफा भी देना पिया तो मैं अस्तीफा देने वास्ते तैयार हाँ। भावें ये बयान कल दिते है, पर अज हरियाणा विधान सभा दे विच देखना पएगा कि इस बेभरोसगी मते के हक में कौन भुगतदा ते विरोध दे विच कौन भुगतदा। पर किसानों ने अते खाप पंचायतां ने दो टुक फैसला सुना दिता है कि जिहड़ा सरकार दे हक में भुगतिया उहदे असीं विरोध विच भुगतांगे। अज तक तुहानूं वोटां पा पा के MLA मंत्री बनाउंदे रहे हैं, पर हुण असीं तुहानूं कहने कि साडे आखे इस सरकार ते विरोध विच वोट पाओ, नहीं तां कहंदे असीं हिसाब आउण वाली चोण विच चुकता करांगे। वेखना पएगा कि अज सरकार इम्तिहान दे विचों पास हुंदी है जां फेल हुंदी है। अगली खबर बड़ी मंदभागी खबर है। जानकारी मिल रही है कि हिसार दे नेड़े लांबड़ी टोल प्लाजा ते चल रहे किसानां दे धरने दे दौरान पिंड गोरखपुर के 70 कवरियां के किसान साधू राम की दिल का दौरा पैण कारण मौत हुई है। किसान सभा के बुलारे ने दस्सिया कि साधू राम पहले दिन तो ही धरने दे विच शामिल सन। बीते दिन उन्होंने दिल का दौरा पिया, हस्पताल दे विच भर्ती करवाया। उन्होंने दस्सिया कि इलाज दौरान वो दम तोड़ गए है। सो जिन्नियां भी जाना हुण तक कुर्बान होईयां ने, 280 तो ज़्यादा जाना इस किसान अंदोलन के लेखे लग चुकियां ने। सो साडे वल्लों उन्हां सारिआं नूं सच्ची सुच्ची श्रद्धांजलि ये है कि परमात्मा उन्हां नूं अपने चरनां विच निवास देवे, उन्हां दे परिवारां नूं भाणा मनण दा बल बख्शे, सरकार नूं समत देवे, किसानां दी गल सुणन, किसी मीटिंग का मुड़ तों प्रबंध करन, किसान की चाहुंदे है उन्हां नूं राज़ी करके उन्हां दे घरों घरी तोरन, तां कि वो अपणियां फसलां ते नस्लां बचा सकण अते अपणियां रोज़ाना दीयां जिम्मेवारियां आपो अपने घरां दे विच आके निभा सकण ते अपने परिवारां दे विच परत सकण। सो दोस्तों, ये सन अज दीयां कुछ एक खबरां। उम्मीद कर रहे हैं कि तुहानूं चंगियां लगियां होणगियां। जेकर प्रोग्राम चंगा लग्या लाइक भी कर दिओ, शेयर भी कर दिओ ते कमेंट करके दस्सिओ जरूर। तुहाडे धन्नवादी होवांगे। हुण समय की समाप्ति है। जाण तो पहलां कहांगा, जिंदगी जिंदादरी का नाम है। दविंदर सिंह बैनीपाल नूं आग्या दिओ। सत श्री अकाल ते रब राखा।